ਭਾਰਤੀ ਫੌਜਾਂ ਦੇ ਚੀਫ ਆਫ ਡਿਫੈਂਸ ਸਟਾਫ ਯਾਨੀ ਕਿ CDS ਜਨਰਲ ਬਿਪਿਨ ਰਾਵਤ ਨੂੰ ਲੈ ਕੇ ਜਾ ਰਿਹਾ ਹਵਾਈ ਫੌਜ ਦਾ ਹੈਲੀਕਾਪਟਰ ਤਾਮਿਲਨਾਡੂ ਦੇ ਕੁੰਨੂਰ ਨੇੜੇ ਹਾਦਸਾਗ੍ਰਸਤ ਹੋ ਗਿਆ। ਭਾਰਤੀ ਹਵਾਈ ਫੌਜ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਕਿ ਜਨਰਲ ਬਿਪਿਨ ਰਾਵਤ, ਮਧੁਲਿਕਾ ਰਾਵਤ ਅਤੇ ਜਹਾਜ਼ ਵਿੱਚ ਸਵਾਰ 11 ਹੋਰ ਵਿਅਕਤੀਆਂ ਦੀ ਇਸ ਮੰਦਭਾਗੀ ਦੁਰਘਟਨਾ ਵਿੱਚ ਮੌਤ ਹੋ ਗਈ ਹੈ। ਭਾਰਤੀ ਹਵਾਈ ਫੌਜ ਨੇ ਟਵਿੱਟਰ ਦੇ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਕਿ ਇਹ ਹਾਦਸਾ ਗ੍ਰਸਤ ਹੋਇਆ ਹੈ। ਹੈਲੀਕਾਪਟਰ MI-17 V5 ਸਲੂਰ ਦੇ ਆਰਮੀ ਬੇਸ ਤੋਂ ਉੱਡਿਆ ਸੀ ਅਤੇ CDS ਨੂੰ ਵੈਲਿੰਗਟਨ ਆਰਮੀ ਬੇਸ ਲੈ ਕੇ ਜਾ ਰਿਹਾ ਸੀ, ਜਿਸ ਤੋਂ ਬਾਅਦ ਇਹ ਦੁਰਘਟਨਾਗ੍ਰਸਤ ਹੋ ਗਿਆ। ਹਵਾਈ ਫੌਜ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ, ਪਰ ਵੱਡਾ ਸਵਾਲ ਇਹ ਹੈ ਕਿ ਆਖਿਰ ਇਹ ਹਾਦਸਾ ਕਿਵੇਂ ਹੋਇਆ। ਉੱਥੇ ਹੀ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਇਹ ਹਾਦਸਾ ਖਰਾਬ ਮੌਸਮ ਕਾਰਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਜੇ ਹਾਦਸੇ ਦੇ ਪਿੱਛੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗਿਆ। ਭਾਰਤੀ ਹਵਾਈ ਫੌਜ ਨੇ ਇਸ ਹਾਦਸੇ ਨੂੰ ਲੈ ਕੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਬਾਅਦ ਸਥਾਨਕ ਲੋਕ ਮੌਕੇ ਤੇ ਪਹੁੰਚੇ ਅਤੇ ਮਦਦ ਸ਼ੁਰੂ ਕਰ ਦਿੱਤੀ ਗਈ। ਜਿੱਥੇ ਹਾਦਸਾ ਹੋਇਆ ਉਹ ਇਲਾਕਾ ਬਹੁਤ ਹੀ ਸੰਘਣਾ ਹੈ। ਦੱਸਿਆ ਜਾ ਰਿਹਾ ਹੈ ਕਿ CDS ਜਨਰਲ ਬਿਪਿਨ ਰਾਵਤ ਅਤੇ ਉਹਨਾਂ ਦੀ ਪਤਨੀ ਇੱਕ ਪ੍ਰੋਗਰਾਮ 'ਚ ਹਿੱਸਾ ਲੈ ਕੇ ਦਿੱਲੀ ਪਰਤ ਰਹੇ ਸਨ ਕਿ ਅਚਾਨਕ 에ਅਰ ਫੋਰਸ ਦਾ MI-17 V5 ਹੈਲੀਕਾਪਟਰ ਨੀਲਗਿਰੀ ਦੇ ਜੰਗਲੀ ਇਲਾਕੇ 'ਚ ਕ੍ਰੈਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਵੈਲਿੰਗਟਨ 'ਚ ਆਰਮ ਫੋਰਸਿਸ ਦਾ ਕਾਲਜ ਹੈ। ਇੱਥੇ CDS ਰਾਵਤ ਨੇ ਲੈਕਚਰ ਦੇਣਾ ਸੀ, ਪਰ ਕਨੂਰ 'ਚ ਘਣੇ ਜੰਗਲ 'ਚ ਇਹ ਹਾਦਸਾ ਹੋ ਗਿਆ। ਹਾਦਸੇ ਤੋਂ ਬਾਅਦ ਦੀ ਜੋ ਵੀਡੀਓ ਸਾਹਮਣੇ ਆਈ ਹੈ ਉਸ ਵਿੱਚ ਹੈਲੀਕਾਪਟਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਅਜਿਹੇ 'ਚ ਇਹ ਭਿਆਨਕ ਹਾਦਸਾ ਤਮਾਮ ਸ਼ੰਕਾਵਾਂ ਨੂੰ ਵੀ ਜਨਮ ਦਿੰਦਾ ਹੈ। ਘਟਨਾ ਸਥਾਨ ਤੇ ਪਹੁੰਚੇ ਤਾਮਿਲਨਾਡੂ ਦੇ ਜੰਗਲਾਤ ਮੰਤਰੀ ਮੁਤਾਬਕ ਇਸ ਹੈਲੀਕਾਪਟਰ ਵਿੱਚ 14 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਫੌਜ ਦੇ ਕਈ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਰਲ ਬਿਪਿਨ ਰਾਵਤ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ਤੇ ਲਿਖਿਆ, ਮੈਨੂੰ ਤਾਮਿਲਨਾਡੂ ਵਿੱਚ ਹੋਏ ਹੈਲੀਕਾਪਟਰ ਕ੍ਰੈਸ਼ ਨੂੰ ਲੈ ਕੇ ਬਹੁਤ ਦੁੱਖ ਹੈ, ਜਿਸ ਵਿੱਚ ਅਸੀਂ ਜਨਰਲ ਬਿਪਿਨ ਰਾਵਤ, ਉਹਨਾਂ ਦੀ ਪਤਨੀ ਅਤੇ ਫੌਜ ਦੇ ਦੂਜੇ ਜਵਾਨਾਂ ਨੂੰ ਗਵਾ ਦਿੱਤਾ ਹੈ। ਉਹਨਾਂ ਨੇ ਪੂਰੀ ਲਗਨ ਨਾਲ ਭਾਰਤ ਦੀ ਸੇਵਾ ਕੀਤੀ। ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਮੇਰੀ ਹਮਦਰਦੀ। ਇਸ ਦੌਰਾਨ ਕਈ ਕੇਂਦਰੀ ਮੰਤਰੀ, ਵਿਰੋਧੀ ਧਿਰਾਂ ਦੇ ਨੇਤਾਵਾਂ ਅਤੇ ਸਾਬਕਾ ਫੌਜੀ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਤੇ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ। CDS ਦੇ ਦੇਹਾਂਤ ਤੇ CM ਸ਼ਿਵਰਾਜ ਸਿੰਘ ਚੌਹਾਨ, ਸਾਬਕਾ CM ਕਮਲਨਾਥ, ਰੱਖਿਆ ਮੰਤਰੀ ਰਾਜਨਾਥ ਸਿੰਘ, ਓਮ ਬਿਰਲਾ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਗ ਪ੍ਰਗਟਾਇਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਹੈਲੀਕਾਪਟਰ ਹਾਦਸੇ ਤੇ ਦੁੱਖ ਜ਼ਾਹਰ ਕੀਤਾ। ਉਹਨਾਂ ਨੇ ਟਵੀਟ ਕੀਤਾ, ਰਾਸ਼ਟਰ ਲਈ ਇੱਕ ਬਹੁਤ ਹੀ ਦੁਖਦਾਈ ਦਿਨ ਹੈ, ਕਿਉਂਕਿ ਅਸੀਂ ਆਪਣੇ CDS ਜਨਰਲ ਬਿਪਿਨ ਰਾਵਤ ਜੀ ਨੂੰ ਇੱਕ ਬਹੁਤ ਹੀ ਦੁਖਦਾਈ ਹਾਦਸੇ ਵਿੱਚ ਗਵਾ ਦਿੱਤਾ ਹੈ। ਉੱਥੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰ ਇਹ ਦੁਖਦ ਹਾਦਸੇ ਤੇ ਦੁੱਖ ਪ੍ਰਗਟਾਇਆ। ਉਹਨਾਂ ਟਵੀਟ ਕਰ ਕਿਹਾ, ਤਾਮਿਲਨਾਡੂ ਵਿੱਚ ਅੱਜ ਇੱਕ ਬਹੁਤ ਹੀ ਮੰਦਭਾਗੇ ਹੈਲੀਕਾਪਟਰ ਹਾਦਸੇ ਵਿੱਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਉਹਨਾਂ ਦੀ ਪਤਨੀ ਅਤੇ 11 ਹੋਰ ਹਥਿਆਰਬੰਦ ਬਲਾਂ ਦੇ ਜਵਾਨਾਂ ਦੀ ਅਚਾਨਕ ਮੌਤ ਤੋਂ ਬਹੁਤ ਦੁਖੀ ਹਾਂ। ਉਹਨਾਂ ਦੀ ਬੇਵਕਤੀ ਮੌਤ ਸਾਡੀਆਂ ਹਥਿਆਰਬੰਦ ਸੈਨਾਵਾਂ ਅਤੇ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉੱਥੇ ਹੀ ਸਪੀਕਰ ਓਮ ਬਿਰਲਾ ਨੇ ਟਵੀਟ ਕਰ ਇਸ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਮੱਧ ਪ੍ਰਦੇਸ਼ ਦੇ CM ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਵਿੱਚ ਲਿਖਿਆ ਕਿ ਭਾਰਤ ਨੇ ਇੱਕ ਹੀਰੋ ਨੂੰ ਗਵਾ ਦਿੱਤਾ ਹੈ। ਭਾਰਤੀ ਹਥਿਆਰਬੰਦ ਸੈਨਾਵਾਂ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਉਹਨਾਂ ਦੀ ਪਤਨੀ ਸ਼੍ਰੀਮਤੀ ਮਧੁਲਿਕਾ ਸਿੰਘ ਦੇ ਬੇਵਕਤੀ ਦੁਖਦਾਈ ਦੇਹਾਂਤ ਤੇ ਮੈਂ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ। ਮਧੁਲਿਕਾ ਰਾਵਤ ਮੱਧ ਪ੍ਰਦੇਸ਼ ਦੀ ਧੀ ਸੀ। ਉੱਥੇ ਹੀ ਪ੍ਰਧਾਨ ਮੰਤਰੀ ਆਵਾਸ ਲੋਕ ਕਲਿਆਣ ਮਾਰਗ ਤੇ CCS ਦੀ ਬੈਠਕ ਸੱਦੀ ਗਈ, ਜਿਸ ਵਿੱਚ ਤਾਮਿਲਨਾਡੂ ਹਵਾਈ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ,
राष्ट्रीय सुरक्षा सलाहकार अजीत डोभाल, रक्षा मंत्री राजनाथ सिंह, गृह मंत्री अमित शाह, वित्त मंत्री निर्मला सीतारमन ते विदेश मंत्री एस जयशंकर मौजूद रहे। तमिलनाडु के कनूर के कोल हैलीकॉप्टर दुर्घटनाग्रस्त 'च सीडीएस जनरल बिपिन रावत उन्हां दी पत्नी के पार्थिव शरीरां नूं वीरवार तक शाम दिल्ली तक पहुंचण की उम्मीद जताई जा रही है। तमिलनाडु 'च हैलीकॉप्टर हादसे ते रक्षा मंत्री राजनाथ सिंह कल संसद 'च बयान भी देंगे। दस्सिया जा रहा सी कि पहला रक्षा मंत्री राजनाथ सिंह ने संसद 'च अज ही बयान देना सी, पर सूत्रां तो मिली जानकारी मुताबक हुण कल केंद्र सरकार वालों रक्षा मंत्री राजनाथ सिंह कल संसद 'च सीडीएस बिपिन रावत अते हैलीकॉप्टर हादसे नूं लैके कल बयान जारी करनगे। ब्यूरो रिपोर्ट। तमिलनाडु के कनूर 'च क्रैश होए भारतीय वायुसेना के हैलीकॉप्टर 'च सीडीएस बिपिन रावत अते उन्हां दी पत्नी मधुलिका रावत ने पायलट ग्रुप कैप्टन पीएस चौहान अते स्क्वाड्रन लीडर कुलदीप के नाल उड़ान भरी सी। इस दौरान उन्हां दे नाल एक ब्रिगेडियर रैंक के अधिकारी समेत 14 लोग सवार सन। तमिलनाडु के कनूर के कोल चीफ ऑफ डिफेंस जनरल बिपिन रावत, उन्हां दी पत्नी मधुलिका रावत अते 11 होर लोकां नूं बुधवार नूं हवाई हादसे विच देहांत दी जिहड़ी है उन्हां दी खबर सामने आई। हादसे विच ग्रुप कैप्टन वरुण सिंह इकलौते सर्वाइवर रहे जिन्हां नूं जख्मी हालत विच वेलिंगटन दे मिलिटरी हस्पताल 'च भर्ती करवाया गया, जिथे उन्हां दा इलाज चल रहा है। भारतीय वायुसेना ने दस्सिया कि हैलीकॉप्टर हादसे विच घायल होए भारतीय वायुसेना के ग्रुप कैप्टन वरुण सिंह वेलिंगटन स्थित डिफेंस सर्विस स्टाफ कॉलेज 'च डायरेक्टिंग स्टाफ हन। रिपोर्ट्स मुताबक साल 2020 च एक हवाई एमरजेंसी के दौरान अपने LCA तेजस लड़ाकू जहाज नूं बचाउण दे लई वरुण सिंह नूं शौर्य चक्र दे नाल सन्मानित किया जा चुका है। इस साल दे सुतंत्रता दिवस के मौके कैप्टन नूं इस सम्मान दे नाल नवाजिया गया सी। उत्थे ही रिटायर्ड मेजर जनरल PK सैगल ने दस्सिया कि MI-7V5 जहाज विच कोई खराबी नहीं हो सकती ते इस जहाज नूं उड़ाउण वाले पायलट भी हाईली एजुकेटेड हुंदे हन। पहली बात है, जो हवाई हेलीकॉप्टर जिसमें उड़ान कर रहे थे, ये बड़ा सुरक्षित हेलीकॉप्टर है। दुनिया के 60 देशों में ये काम कर रहा है, बैटल प्रूवर है, बैटल टेस्टेड है। और जहां तक वायुसेना का ताल्लुक है, पिछले 25 से 30 साल से इसके कई वेरिएंट्स को उड़ाया जा रहा है। और ये जो B-17V5 था, ये लेटेस्ट वर्जन है, हर प्रकार की टेक्नोलॉजी से लैस था। और VIP के हेलीकॉप्टर को जो उड़ान करते हैं, वो पायलट्स भी बहुत ही हाईली क्वालिफाइड होते हैं। आमतौर पर उनकी रेटिंग होती है A मास्टरग्रीन। A मास्टरग्रीन का मतलब जहां तक उनकी थियोरेटिकल नॉलेज है बहुत ही उच्च दर्जे की है, और जहां तक उनकी फ्लाइंग कैपेबिलिटी है, इंस्ट्रूमेंट फ्लाइंग बैड वेदर में, उसके लिए खास तौर पे वो माहिर है। और साथ ही साथ उनको लिखित रूप में एयर एग्जामिनिंग बोर्ड क्लियर करता है कि वो VIP और VVIP मूवमेंट के लिए काबिल है। ऐसे में हेलीकॉप्टर में कोई खराबी नहीं थी। दूसरा, मैं खुद पायलट रह चुका हूं, 10 साल से मैंने ऐसे इलाकों में उड़ान की है। और जिस इलाके में ये हादसा हुआ है, उस इलाके में मैं खुद 1971 में फंसा था, जबकि मेरी फ्लाइट ईस्टर्न इंडिया से लड़ाई जीतने के बाद में जैसलमेर मूव कर रही थी। एकदम से बहुत मौसम खराब हो जाता है वेस्टर्न घाट्स के अंदर, जिसमें विजिबिलिटी 5 मीटर से भी कम रह जाती है। आपको दूसरा हेलीकॉप्टर जो साथ वाला है वो भी नजर नहीं आता, बीकन के बावजूद भी, एंटी कोलिजन बीकन। ना पहाड़ी नजर आती है, ना पेड़ नजर आते हैं। और हम जो फ्लाइंग करते हैं हेलीकॉप्टर वाले, वो विजुअल कांटेक्ट करते हैं, ग्राउंड के साथ कांटेक्ट होना चाहिए। आमतौर पे जब क्लियर वेदर हो तो हम 2000 मीटर ऊपर, 2000 फुट ऊपर की उड़ान करते हैं, पास के से ऊपर से या पहाड़ों से ऊपर से। लेकिन अगर मौसम खराब हो जाए तो यू हैव टू गेट डाउन टू मेंटेन विजुअल कांटेक्ट। कहा जा रहा है कि तकरीबन 33 मिनट्स उस इलाके के अंदर था हेलीकॉप्टर, यानी दूसरे लफ्जों में वो बैड वेदर में इन्वॉल्व हो गया था। पूरी कोशिश कर रहा था किसी न किसी तरीके से कोई जगह ढूंढे जहां पे वो हेलीकॉप्टर को हादसे से पहले उतार ले, ताकि वो अपने आप को, हेलीकॉप्टर को और तमाम पैसेंजर्स को बचा सके। लेकिन पहाड़ों के अंदर ऊंची नीची ऐसे जमीन होती है, जंगल थे, डीप रवीन्स थी,
कोई जगह ही नहीं मिली उसको हेलीकॉप्टर उतारने के लिए। ऐसे में वो एक पेड़ से टकराया और क्रैश हुआ। दूसरा कारण हो सकता है कि उसी समय कोई तकनीकी डिफेक्ट भी आ गया हो। दो इंजन है, अगर एक इंजन भी बुझ जाता है या खराब हो जाता है तो तभी भी हेलीकॉप्टर सेफ है उड़ान करने के लिए। अगर टेल रोटर फेल हो जाए तो कोई ताकत दुनिया की सिवाय भगवान के नहीं बचा सकता। तीसरा जो है पायलट एरर, मुझे नहीं लगता ये पायलट एरर है, क्योंकि जैसे मैंने पहले कहा उच्च दर्जे के पायलट को चुना जाता है। ये देश के लिए बहुत ही जबरदस्त झटका है। विपिन रावत बहुत बड़े पैमाने पर फोर्स की मॉडर्नाइजेशन में जुड़े हुए थे, फोर्स की इंटीग्रेशन और जॉइंटनेस को प्रमोट करने में लगे हुए थे। सारे ही इलाके से, चाहे वो पाकिस्तान के खिलाफ हो या चाइना के खिलाफ है, उससे वाकिफ थे। बार बार पाकिस्तान और चाइना को वार्न करते थे कि अगर किसी प्रकार से हिंदुस्तान को ललकारा तो हिंदुस्तान मुंह तोड़ जवाब देने के लिए तैयार है। ऐसे में अगर खुशी की लहर हो गई होगी पाकिस्तान के अंदर, चीन के अंदर और खास करके आतंकवादी आंखों के अंदर जो विपिन रावत के रडार पर थे। बेटे वो एरिया में ऊंची नीची पहाड़ियां हैं, डीप रवीन्स हैं, घने जंगल हैं, और कोई भी इलाका ऐसा नहीं है जहां पे अगर इमरजेंसी में हेलीकॉप्टर को उतारा जा सके। टोटल फ्लाइंग टाइम जहां से वो टेक ऑफ हुआ टू वेलिंगटन हेलीपैड, जिमखाना हेलीपैड, 15 मिनट से ज्यादा नहीं होना चाहिए, लेकिन वो हेलीकॉप्टर 33 मिनट्स उस इलाके में रहा। ਇੰਡੀਅਨ 에ਅਰ ਫੋਰਸ ਦੇ ਮੁਤਾਬਕ ਸੀਡੀਐਸ ਰਾਵਤ ਬੁੱਧਵਾਰ ਨੂੰ ਸਟਾਫ ਕੋਰਸ ਦੇ ਫੈਕਲਟੀ ਅਤੇ ਸਟੂਡੈਂਟਸ ਨੂੰ ਸੰਬੋਧਿਤ ਕਰਨ ਲਈ ਵੈਲਿੰਗਟਨ ਸਥਿਤ ਡੀਐਸਐਸਸੀ ਦੇ ਦੌਰੇ ਤੇ ਸਨ। ਇਸੇ ਵਿੱਚ ਦੁਪਹਿਰ ਵਾਯੂ ਸੈਨਾ ਦਾ MI-17 V5 ਹੈਲੀਕਾਪਟਰ ਤਾਮਿਲਨਾਡੂ ਦੇ ਕੁੰਨੂਰ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਸੀਡੀਐਸ ਬਿਪਨ ਰਾਵਤ ਅਤੇ ਉਹਨਾਂ ਦੀ ਪਤਨੀ ਸਮੇਤ 13 ਲੋਕ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ब्यूरो रिपोर्ट। कौन सन जनरल बिपिन रावत? 16 मार्च 1958 ਨੂੰ ਜੰਮੇ ਜਨਰਲ ਬਿਪਿਨ ਰਾਵਤ ਸੈਂਟ ਐਡਵਰਡ ਸਕੂਲ ਸ਼ਿਮਲਾ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਸਨ। ਉਹਨਾਂ ਨੇ ਦਸੰਬਰ 1978 ਵਿੱਚ ਦੇਹਰਾਦੂਨ ਦੇ ਇੰਡੀਅਨ ਆਰਮੀ ਟ੍ਰੇਨਿੰਗ ਸੈਂਟਰ ਤੋਂ 11ਵੀਂ ਗੋਰਖਾ ਰਾਈਫਲ ਦੀ 5ਵੀਂ ਰੈਜੀਮੈਂਟ ਜੁਆਇਨ ਕੀਤੀ। ਇਸ ਰੈਜੀਮੈਂਟ ਦੀ ਕਮਾਂਡ ਉਹਨਾਂ ਦੇ ਪਿਤਾ ਨੇ ਵੀ ਸੰਭੀ ਸੀ। ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਉਹਨਾਂ ਨੂੰ ਸਵਾਰਡ ਆਫ ਆਨਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਨਰਲ ਰਾਵਤ 31 ਦਸੰਬਰ 2016 ਤੋਂ 31 ਦਸੰਬਰ 2019 ਤੱਕ ਥਲ ਸੈਨਾ ਦੇ ਮੁਖੀ ਰਹੇ। ਜਨਰਲ ਬਿਪਿਨ ਰਾਵਤ ਨੂੰ ਆਪਣੇ 40 ਸਾਲਾਂ ਤੋਂ ਵੱਧ ਸਮੇਂ ਦੇ ਸੇਵਾ ਕਰੀਅਰ ਦੌਰਾਨ ਨਿਭਾਈਆਂ ਗਈਆਂ ਵਿਲੱਖਣ ਸੇਵਾਵਾਂ ਅਤੇ ਬਹਾਦਰੀ ਲਈ ਕਈ ਰਾਸ਼ਟਰਪਤੀ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ, ਜਿਸ ਵਿੱਚ PVSM, UYSM, AVSM, YSM, SM ਅਤੇ VSM ਸ਼ਾਮਲ ਹਨ। ਜਨਰਲ ਬਿਪਿਨ ਰਾਵਤ ਨੂੰ 31 ਦਸੰਬਰ 2019 ਨੂੰ ਭਾਰਤ ਦਾ ਪਹਿਲਾ ਚੀਫ ਆਫ ਡਿਫੈਂਸ ਸਟਾਫ ਨਿਯੁਕਤ ਕੀਤਾ ਗਿਆ ਸੀ। ਜਨਰਲ ਬਿਪਿਨ ਰਾਵਤ ਵਾਈਸ ਚੀਫ ਆਫ ਆਰਮੀ ਸਟਾਫ ਵੀ ਰਹੇ ਅਤੇ ਗੋਰਖਾ ਬ੍ਰਿਗੇਡ ਤੋਂ ਚੀਫ ਆਫ ਆਰਮੀ ਸਟਾਫ ਬਣਨ ਵਾਲੇ ਉਹ ਚੌਥੇ ਅਫਸਰ ਸਨ। ਆਪਣੇ 4 ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ ਜਨਰਲ ਰਾਵਤ ਨੇ ਬ੍ਰਿਗੇਡ ਕਮਾਂਡਰ, ਜਨਰਲ ਅਫਸਰ ਕਮਾਂਡਿੰਗ ਚੀਫ, ਦੱਖਣੀ ਕਮਾਂਡ, ਮਿਲਟਰੀ ਆਪਰੇਸ਼ਨਸ ਡਾਇਰੈਕਟੋਰੇਟ 'ਚ ਜਨਰਲ ਸਟਾਫ ਅਫਸਰ ਗ੍ਰੇਡ ਵਰਗੇ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ। ਜਨਰਲ ਰਾਵਤ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਵੈਲਿੰਗਟਨ ਤਾਮਿਲਨਾਡੂ ਅਤੇ ਕਮਾਂਡ ਐਂਡ ਜਨਰਲ ਸਟਾਫ ਕੋਰਸ ਲੀਵ ਨਵਰਤ ਅਮਰੀਕਾ ਤੋਂ ਗ੍ਰੈਜੂਏਟ ਸਨ। ਜਨਰਲ ਰਾਵਤ ਨੇ ਰਾਸ਼ਟਰੀ ਸੁਰੱਖਿਆ ਅਤੇ ਮਿਲਟਰੀ ਲੀਡਰਸ਼ਿਪ 'ਤੇ ਕਈ ਲੇਖ ਲਿਖੇ। ਉਹਨਾਂ ਕੋਲ ਮੈਨੇਜਮੈਂਟ ਅਤੇ ਕੰਪਿਊਟਰ ਸਟੱਡੀਜ਼ ਵਿੱਚ ਡਿਪਲੋਮਾ ਸੀ। ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਵੱਲੋਂ ਜਨਰਲ ਰਾਵਤ ਨੂੰ ਮਿਲਟਰੀ ਮੀਡੀਆ ਸਟ੍ਰੈਟੇਜਿਕ ਸਟੱਡੀ ਤੇ ਉਹਨਾਂ ਦੇ ਖੋਜ ਕਾਰਜ ਲਈ ਡਾਕਟਰੇਟ ਆਫ ਫਿਲਾਸਫੀ PhD ਨਾਲ ਵੀ ਸਨਮਾਨਿਤ ਕੀਤਾ ਗਿਆ। ਬਿਪਿਨ ਰਾਵਤ ਵੱਲੋਂ ਨਿਭਾਈਆਂ ਗਈਆਂ ਅਹਿਮ ਜ਼ਿੰਮੇਵਾਰੀਆਂ। ਚੀਫ ਆਫ ਡਿਫੈਂਸ ਸਟਾਫ ਦੇ ਅਹੁਦੇ ਤੇ ਰਾਵਤ ਦੀ ਜ਼ਿੰਮੇਵਾਰੀਆਂ ਵਿੱਚ ਭਾਰਤੀ ਫੌਜ ਦੇ ਵੱਖ-ਵੱਖ ਅੰਗਾਂ ਵਿੱਚ ਤਾਲਮੇਲ ਅਤੇ ਫੌਜ ਦੇ ਆਧੁਨਿਕੀਕਰਨ ਵਰਗੇ ਮਹੱਤਵਪੂਰਨ ਜ਼ਿੰਮੇਵਾਰੀਆਂ ਸ਼ਾਮਲ ਸਨ।
ਉੱਤਰ ਪੂਰਬ ਵਿੱਚ ਕੱਟੜਪੰਥ ਘਟਾਉਣ ਲਈ ਉਹਨਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਸਾਲ 2015 ਵਿੱਚ ਮਿਆਂਮਾਰ ਵਿੱਚ ਵੜ ਕੇ NSCN ਦੇ ਅੱਤਵਾਦੀਆਂ ਖਿਲਾਫ ਭਾਰਤੀ ਫੌਜ ਦੀ ਕਾਰਵਾਈ ਲਈ ਵੀ ਉਹਨਾਂ ਦੀ ਸ਼ਲਾਘਾ ਕੀਤੀ ਗਈ। ਬਾਲਾਕੋਟ ਹਮਲੇ ਵਿੱਚ ਵੀ ਉਹਨਾਂ ਦੀ ਅਹਿਮ ਭੂਮਿਕਾ ਰਹੀ। ਉਹਨਾਂ ਨੇ ਭਾਰਤ ਦੇ ਪੂਰਬ ਵਿੱਚ ਲਾਈਨ ਆਫ ਐਕਚੁਅਲ ਕੰਟਰੋਲ ਤੇ ਤੈਨਾਤ ਇੱਕ ਇਨਫੈਂਟਰੀ ਬਟਾਲੀਅਨ ਤੋਂ ਇਲਾਵਾ ਕਸ਼ਮੀਰ ਘਾਟੀ ਵਿੱਚ ਇੱਕ ਰਾਸ਼ਟਰੀ ਰਾਈਫਲ ਸੈਕਟਰ ਦੀ ਕਮਾਨ ਸੰਭੀ। ਇਸ ਤੋਂ ਇਲਾਵਾ ਰਿਪਬਲਿਕ ਆਫ ਕਾਂਗੋ ਵਿੱਚ ਉਹਨਾਂ ਨੇ ਵੱਖ-ਵੱਖ ਦੇਸ਼ਾਂ ਦੇ ਸੈਨਿਕਾਂ ਦੀ ਇੱਕ ਬ੍ਰਿਗੇਡ ਦੀ ਵੀ ਕਮਾਨ ਸੰਭਾਲੀ। ਭਾਰਤ ਦੇ ਉੱਤਰ ਪੂਰਬ ਵਿੱਚ ਉਹ ਕੋਰ ਕਮਾਂਡਰ ਵੀ ਰਹੇ ਹਨ। ਬਿਊਰੋ ਰਿਪੋਰਟ।